18ਵੀਂ ਪੌੜੀ ਇਸ ਦੇ ਨਾਲ ਉਚਾਰਨ ਕੀਤਾ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਲੋਕ। ਵੈਸੇ ਇਸ ਪੌੜੀ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 3 ਸ਼ਲੋਕ ਨੇ। ਇਨ੍ਹਾਂ ਤਿੰਨਾਂ ਸ਼ਲੋਕਾਂ ਵਿੱਚ ਉਸ ਮੂਲ ਚਰਚਾ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਗੇ ਰੱਖਿਆ, ਜੋ ਕਰੀਬਨ ਸਾਡੇ ਦੇਸ਼ ਦੇ ਵਿੱਚ ਵਿਆਪਕ ਤੌਰ ਵਿੱਚ ਚੱਲ ਰਹੀ ਹੈ ਤੇ ਮੰਨੀ ਜਾਂਦੀ ਹੈ। ਉਹ ਹੈ ਸੂਤਕ ਪਾਤਕ। ਕਿਸੇ ਘਰ ਦੇ ਵਿੱਚ ਜੀਵ ਦਾ ਜਨਮ ਹੋ ਗਿਆ, ਪ੍ਰਾਣੀ ਦਾ ਜਨਮ ਹੋਇਆ ਹੈ ਜਾਂ ਮ੍ਰਿਤੂ ਹੋ ਗਈ ਹੈ, ਐਸੇ ਘਰ ਬਾਰੇ ਉਹ ਕਹਿੰਦੇ ਨੇ ਇਸ ਘਰ ਨੂੰ ਸੂਤਕ ਲੱਗਿਆ ਹੈ, ਇਸ ਘਰ ਨੂੰ ਪਾਤਕ ਲੱਗਿਆ। ਇਸ ਘਰ ਦਾ ਅੰਨ ਭੇਟਿਆ ਹੋਇਆ ਹੈ, ਇਸ ਘਰ ਦਾ ਧਨ ਭੇਟਿਆ ਹੋਇਆ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਨਜ਼ਰੀਆ, ਕਿਉਂਕਿ ਜਨਮ ਤੇ ਮਰਨ ਕਰੀਬਨ ਪ੍ਰਿਥਵੀ ਤੇ ਚੱਲ ਹੀ ਰਿਹਾ ਹੈ ਔਰ ਵਿਆਪਕ ਤੌਰ ਤੇ ਜੋ ਹੈ ਚੱਲ ਰਿਹਾ। ਇਸ ਸੂਤਕ ਤੇ ਪਾਤਕ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ। ਇਹ ਇਵੇਂ ਦੁਬਦਾ ਵਿੱਚ ਪੈਣਾ ਹੈ। ਸਾਰੇ ਦਾ ਸਾਰਾ ਸੂਤਕ ਅਗਿਆਨ ਹੈ। ਜੰਮਣ ਮਰਣਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਪ੍ਰਭੂ ਦੀ ਰਜ਼ਾ ਵਿੱਚ ਹੈ। ਤੇ ਜੇ ਜਨਮ ਨੂੰ ਸੂਤਕ ਮੰਨ ਲਈਏ, ਮਰਨ ਨੂੰ ਪਾਤਕ ਮੰਨ ਲਈਏ, ਇਸ ਘਰ ਦੇ ਸੂਤਕ ਪਾਤਕ ਲੱਗਿਆ ਹੈ, ਤਾਂ ਪ੍ਰਮਾਤਮਾ ਦਾ ਜਿਹੜਾ ਵਿਧਾਨ ਹੈ ਉਸ ਨੂੰ ਹੀ ਸੂਤਕ ਪਾਤਕ ਲੱਗਿਆ ਹੈ। ਫਿਰ ਜੋ ਪ੍ਰਮਾਤਮਾ ਦਾ ਬਣਾਇਆ ਹੋਇਆ ਜਨਮ ਤੇ ਮਰਨ ਦਾ ਵਿਧਾਨ ਹੈ, ਇਹ ਅਸ਼ੁੱਧ ਹੋ ਗਿਆ, ਇਹ ਅਪਵਿੱਤਰ ਹੋ ਗਿਆ। ਕਿਉਂਕਿ ਜੰਮਦਿਆਂ ਹੀ ਘਰ ਨੂੰ ਸੂਤਕ ਲੱਗਣਾ ਹੈ, ਮਰਨਾ ਹੀ ਘਰ ਨੂੰ ਪਾਤਕ ਲੱਗਣਾ ਹੈ। ਤੇ ਮੌਤ ਤੇ ਜਨਮ ਜੋ ਪ੍ਰਭੂ ਨੇ ਬਣਾਈ ਹੈ, ਵਾਸਤਵਿਕ ਇਹੀ ਸੂਤਕ ਤੇ ਪਾਤਕ ਹੈ। ਤੇ ਬਣਾਈ ਪ੍ਰਭੂ ਨੇ, ਤਾਂ ਪ੍ਰਭੂ ਨੇ ਇੱਕ ਅਛੂਤ ਵਿਧਾਨ ਨੂੰ ਜਨਮ ਦਿੱਤਾ, ਇੱਕ ਅਛੂਤ ਕਿਰਿਆ ਨੂੰ ਜਨਮ ਦਿੱਤੀ ਹੈ। ਅਚੇਤ ਅਵਸਥਾ ਵਿੱਚ ਅਸੀਂ ਕੈਸੀ ਅਣਗਹਿਲੀਆਂ ਜਗਤ ਦੇ ਦੁਹੈ ਕਰਦੇ ਹਾਂ, ਔਰ ਖਾਸ ਕਰਕੇ ਉਹ ਵੀ ਧਰਮ ਦੇ ਨਾਂ ਤੇ। ਇਹ ਸੂਤਕ ਪਾਤਕ ਧਾਰਮਿਕ ਮਨੁੱਖਾਂ ਦੇ ਪ੍ਰਚਾਰ ਕਰਕੇ ਅੱਜ ਤੱਕ ਇਸ ਦੇਸ਼ ਦੇ ਵਿੱਚ ਮੰਨਿਆ ਜਾ ਰਿਹਾ ਹੈ। ਮਹਾਰਾਜ ਕਹਿੰਦੇ ਨੇ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ। ਅਗਰ ਸੂਤਕ ਨੂੰ ਮੰਨੀਏ ਤਾਂ ਫਿਰ ਇਸ ਤੋਂ ਬਚਿਆ ਹੋਇਆ ਕੋਈ ਵੀ ਘਰ ਨਹੀਂ। ਇੱਕ ਪ੍ਰਸ਼ਨ ਖੜਾ ਹੋਵੇਗਾ, ਹਰ ਘਰ ਦੇ ਵਿੱਚ ਰੋਜ਼ ਜਨਮ ਮਰਨ ਨਹੀਂ ਹੈ, ਕਿਸੇ ਘਰ ਦੇ ਵਿੱਚ ਹੈ। ਤਾਂ ਸੂਤਕ ਪਾਤਕ ਕਿਸੇ ਘਰ ਵਿੱਚ ਹੋ ਸਕਦਾ ਹੈ। ਜਿਸ ਘਰ ਵਿੱਚ ਬੱਚੇ ਦਾ ਜਨਮ ਹੋਇਆ ਜਾਂ ਜਿਸ ਘਰ ਵਿੱਚ ਅਰਥੀ ਉੱਠ ਰਹੀ ਹੈ, ਉਸ ਘਰ ਦੇ ਸੂਤਕ ਪਾਤਕ ਹੋਵੇਗਾ। ਪਰ ਮਹਾਰਾਜ ਕਹਿੰਦੇ ਨਹੀਂ, ਸਭ ਤੇ ਸੂਤਕ ਹੋਏ। ਸਾਰੇ ਘਰਾਂ ਵਿੱਚ ਸੂਤਕ ਤੇ ਪਾਤਕ ਹੈ, ਔਰ ਸਾਰੇ ਘਰਾਂ ਵਿੱਚ ਹਰ ਵਕਤ ਹਰ ਰੋਜ਼ ਜਨਮ ਤੇ ਮਰਨ ਚੱਲ ਰਿਹਾ ਹੈ। ਕਿਤਨੀ ਗਹਿਰੀ ਦ੍ਰਿਸ਼ਟ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਤੇ ਇੱਥੇ ਬੰਦੇ ਨੇ ਤਰਕ ਖੜੀ ਕਰ ਦੇਣੀ ਹੈ, ਹਰ ਘਰ ਵਿੱਚ ਹਰ ਸਮੇਂ ਜਨਮ ਤੇ ਮਰਨ ਨਹੀਂ, ਹਰ ਸਮੇਂ ਨਹੀਂ ਹੈ। ਕਿਸੇ ਘਰ ਵਿੱਚ ਅੱਜ ਮ੍ਰਿਤੂ ਹੈ, ਕਿਸੇ ਘਰ ਵਿੱਚ ਨਹੀਂ ਹੈ। ਕਿਸੇ ਘਰ ਵਿੱਚ ਅੱਜ ਕਿਸੇ ਪ੍ਰਾਣੀ ਦਾ ਜਨਮ ਹੋਇਆ, ਬੱਚੇ ਦਾ ਜਨਮ ਹੋਇਆ, ਕਿਸੇ ਘਰ ਵਿੱਚ ਨਹੀਂ ਹੈ। ਪਰ ਆਪ ਕਹਿੰਦੇ ਹੋ ਸਭ ਤੇ ਸੂਤਕ ਹੋਏ। ਫਿਰ ਸੂਤਕ ਤੇ ਸਾਰੇ ਘਰਾਂ ਵਿੱਚ ਹੈ, ਸਾਰਿਆਂ ਨੂੰ ਲੱਗੇਗਾ। ਤੇ ਸੂਤਕ ਤੋਂ ਫਿਰ ਕੋਈ ਘਰ ਵੀ ਬਚ ਨਹੀਂ ਸਕਦਾ। ਮਹਾਰਾਜ ਕਹਿੰਦੇ ਗੋ ਹੈ ਅਤੇ ਲੱਕੜੀ ਅੰਦਰ ਕੀੜਾ ਪ੍ਰਥਮ। ਤੇ ਅਸੀਂ ਜੋ ਅੱਗ ਜਲਾਉਂਦੇ ਹਾਂ, ਖਾਸ ਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ 'ਚ ਜੋ ਲੱਕੜਾਂ ਜਲਾਈਆਂ ਜਾਂਦੀਆਂ ਸਨ, ਪਾਥੀਆਂ ਜਲਾਈਆਂ ਜਾਂਦੀਆਂ ਸਨ, ਆਖਰ ਉਸ ਦੇ ਵਿੱਚ ਸੂਖਸ਼ਮ ਜਰਾਸੀਮ ਉਸਦੇ ਨੇ। ਮਹਾਰਾਜ ਕਹਿੰਦੇ ਨੇ ਲੱਕੜਾਂ ਨੂੰ ਜਲਾਉਂਦੇ ਹਾਂ ਮ੍ਰਿਤੂ ਚਲੇਗੀ। ਗੋਹੇ ਦੇ ਵਿੱਚ ਪਾਥੀਆਂ ਦੇ ਅੰਦਰ ਜੀਵ ਪੈਦਾ ਹੁੰਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਤੇ ਪਾਥੀਆਂ ਨੂੰ ਜਾਣ ਦੇ ਨਾਲ ਕਿਤਨੀ ਵਿਆਪਕ ਮੌਤ ਹੋ ਗਈ। ਮਨੁੱਖ ਜੋ ਸਵਾਸ ਲੈਂਦਾ ਹੈ, ਅੰਦਰ ਬਾਹਰ ਕੱਢਦਾ ਹੈ, ਇਹਦੇ ਨਾਲ ਵੀ ਕਈ ਕੀਟਾਣੂਆਂ ਦੀ ਮ੍ਰਿਤੂ ਹੋ ਜਾਂਦੀ, ਕਈ ਸੂਖਸ਼ਮ ਜੀਵਾਂ ਦੀ ਮ੍ਰਿਤੂ ਹੋ ਜਾਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕੁਝ ਸਾਧੂ ਇੱਕ ਵਿਸ਼ੇਸ਼ ਪੰਥ ਦੇ ਆਪਣੇ ਮੂੰਹ ਦੇ ਉੱਤੇ ਟਾਕੀ ਬਣ ਕੇ ਰੱਖਦੇ ਨੇ ਤਾਂ ਕਿ ਹਵਾ ਵੀ ਛਣ ਕੇ ਜਾਏ।
ਤਾਂ ਕਿ ਸਾਡੀ ਹਵਾ ਦੇ ਨਾਲ ਜੋ ਹਵਾ ਵਿੱਚ ਅਤਿਅੰਤ ਸੂਖਸ਼ਮ ਜੀਵ ਨੇ ਉਹਨਾਂ ਦੀ ਮੌਤ ਨਾ ਹੋ ਜਾਏ। ਮਹਾਰਾਜ ਕਹਿੰਦੇ ਚਲੋ ਇਹ ਮੰਨ ਲਈਏ ਹਵਾ ਦੇ ਜੋ ਸੂਖਸ਼ਮ ਕੀਟਾਣੂ ਨੇ ਉਹਨਾਂ ਦੀ ਮੌਤ ਨਾ ਹੋਵੇ ਤੇ ਮੂੰਹ ਤੇ ਟਾਕੀ ਬੰਨ ਲਈਏ, ਪਰ ਕਮ ਸੇ ਕਮ ਪਾਣੀ ਤੇ ਪੀਓਗੇ ਤਾਂ ਪਾਣੀ ਦੇ 'ਚ ਹੀ ਜੀਵ ਨੇ, ਉਹ ਤੁਹਾਡੇ ਪੀਂਦੇ ਹੀ ਮਰ ਜਾਣਗੇ। ਤਾਂ ਭੁੱਲ ਕੇ ਵੀ ਪਾਣੀ ਨਹੀਂ ਪੀਣਾ ਚਾਹੀਦਾ। ਫਿਰ ਸਾਹਿਬ ਕਹਿੰਦੇ ਨੇ ਜਿਤਨੇ ਦਾਣੇ ਅੰਨ ਦੇ ਵਾਸਤਵਿਕ ਸਾਰਿਆਂ ਦੇ 'ਚ ਜੀਵ ਹੈ। ਗੋਹੇ ਅੱਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਸਾਰੇ ਦਾਣਿਆਂ ਦੇ 'ਚ ਜੀਵ ਹੈ। तो कम से कम भोजन तो खाओगे, और भोजन खाओगे तो पता नहीं कितनियां कीटाणुओं की हत्या। पानी ते पीओगे तो पानी दे पींदियां पता नहीं कितनी वड्डी हिंसा। अगर कोई मनुख आखे कि मैं पूर्ण तौर से अहिंसक होना है, वो अज ही मर जाएगा, जी नहीं सकेगा। वो पानी पी सकता है ना, फिर वो अन्न खा सकता है ना, वो फिर श्वास ले सकता है, क्योंकि हवा दे भी कीटाणु ने। जगत दे ऐसा कुछ भी नहीं जिस दे जीव नहीं है। ਇਹ ਗੱਲ ਵੱਖਰੀ ਹੈ ਕਿ ਕਿਸੇ ਤਲ ਤੇ ਜੀਵ ਸੁੱਤਾ ਹੋਇਆ ਹੈ, ਕਿਧਰੇ ਥੋੜਾ ਜਾਗਿਆ ਹੋਇਆ ਹੈ, ਕਿਧਰੇ ਬਹੁਤ ਜਾਗਿਆ ਹੋਇਆ ਹੈ। ਜਿੱਥੇ ਇਹ ਜੀਵਨ ਪੂਰਾ ਜਾਗਿਆ ਹੋਇਆ ਹੈ ਅਸੀਂ ਉਸੇ ਨੂੰ ਪੂਰਨ ਪੁਰਖ ਕਹਿੰਦੇ ਹਾਂ, ਸੰਤ ਕਹਿੰਦੇ ਹਾਂ, ਮਹਾਪੁਰਸ਼ ਕਹਿੰਦੇ ਹਾਂ। ਪਰ ਕਿਸੇ ਦੇ ਅੰਦਰ ਇਹ ਥੋੜਾ ਜਾਗਿਆ ਹੈ, ਬਾਕੀ ਸੁੱਤਾ ਹੋਇਆ ਹੈ। ਤੇ ਕਿਸੇ ਦੇ ਅੰਦਰ ਪੂਰਨ ਤੌਰ ਤੇ ਸੁੱਤਾ ਹੋਇਆ ਹੈ। ਜੀਵ ਗੁਆਣੀ ਨੇ ਪੱਥਰ ਦੇ 'ਚ ਵੀ ਮੰਨ ਲਿਆ, ਪਰ ਸੁੱਤਾ ਹੋਇਆ ਬਿਲਕੁਲ ਅਚੇਤ। ਇਹ ਗੱਲ ਵੱਖਰੀ ਹੈ ਕਿ ਸੁੱਤੇ ਨੂੰ ਪੀੜਾ ਨਹੀਂ ਹੁੰਦੀ। ਜੋ ਨੀਂਦ ਦੇ ਚਲਾ ਗਿਆ ਉਹਨੂੰ ਪੀੜਾ ਨਹੀਂ, ਉਹਨੂੰ ਦਰਦ ਨਹੀਂ। ਲੇਕਿਨ ਇਤਨੀ ਗੱਲ ਤੇ ਸਪਸ਼ਟ ਜੀਵ ਤੇ ਹੈ। ਤੋ ਗਹਿਰੀ ਨਿੰਦਰਾ ਹੈ ਪੱਥਰ ਦੀ, ਜੀਵ ਉਸ ਦੇ 'ਚ ਵੀ ਹੈ। ਜੀਵ ਥੋੜਾ ਜਿਹਾ ਜਾਗ ਗਿਆ ਬਨਸਪਤੀ ਦੇ 'ਚ, ਉਸ ਤੋਂ ਜ਼ਿਆਦਾ ਜਾਗ ਗਿਆ ਪਸ਼ੂਆਂ ਦੇ 'ਚ, ਪਕਸ਼ੀਆਂ ਦੇ 'ਚ। 1/3 ਜਾਗ ਗਿਆ ਮਨੁੱਖਾਂ ਦੇ 'ਚ। ਔਰ ਪੂਰਨ ਤੌਰ ਤੇ ਜਿਸ ਦੇ ਅੰਦਰ ਜੀਵਨ ਜਾਗਰਤੀ ਪੈਦਾ ਹੋ ਜਾਏ ਉਸੇ ਨੂੰ ਅਸੀਂ ਸੰਤ ਕਹਿੰਦੇ ਹਾਂ, ਉਸੇ ਨੂੰ ਅਸੀਂ ਮਹਾਤਮਾ ਕਹਿੰਦੇ ਹਾਂ। ਇਸ ਵਾਸਤੇ ਇਸ ਜੀਵ ਹੱਤਿਆ ਦੇ ਮਸਲੇ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਸੋਹਣੀ ਦ੍ਰਿਸ਼ਟ ਸਾਡੇ ਸਾਹਮਣੇ ਰੱਖਦੇ ਹੈ। ਕਹਿੰਦੇ ਨੇ ਇਹ ਦੇਸ਼ ਜੋ ਕਾਫੀ ਸਦੀਆਂ ਤੱਕ ਗੁਲਾਮ ਹੋਇਆ, ਉਹਦੇ ਪਿੱਛੇ ਦਰਅਸਲ ਇੱਕ ਸਿਧਾਂਤ ਨੇ ਕੰਮ ਕੀਤਾ, ਉਹ ਸੀ ਅਹਿੰਸਾ ਪਰਮ ਧਰਮ। ਅਹਿੰਸਾ ਹੀ ਪਰਮ ਧਰ ਹੈ, ਜਦ ਕਿ ਇਸ ਤਰ੍ਹਾਂ ਦਾ ਨਾਰਾ ਗੁਰੂ ਨਾਨਕ ਨੇ ਬਿਲਕੁਲ ਨਹੀਂ ਲਾਇਆ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹਨਾਂ ਦਾ ਇੱਕ ਬੜਾ ਕੀਮਤੀ ਪ੍ਰਬਲ ਵਾਕ ਹੈ। ਆਪ ਕਹਿੰਦੇ ਨੇ ਮਾਸ ਮਾਸ ਕਰ ਬੁਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਆਸ ਕੌਣ ਸਾਧ ਕਹਾਵੇ, ਕਿਸਮੇ ਪਾਪ ਸਮਾਣੇ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਆਇਆ ਹੈ, ਔਰ ਬੜੇ ਵਿਆਪਕ ਰੂਪ ਵਿੱਚ। ਆਪ ਕਹਿੰਦੇ ਨੇ ਪਹਿਲਾ ਮਾਸੋ ਨਿਮਿਆ, ਮਾਸੇ ਅੰਦਰ ਸਾਸ। ਵੱਡਾ ਹੋਇਆ ਵਿਆਇਆ, ਘਰ ਲੈ ਆਇਆ ਮਾਸ। ਮਾਸੋ ਹੀ ਮਾਸ ਉਪਜੇ, ਮਾਸੋ ਸਭੇ ਸਾਖ। ਮਹਾਰਾਜ ਕਹਿੰਦੇ ਪਹਿਲੇ ਤੂੰ ਮਾਸ ਦੁਆਰਾ ਮਾਸ ਦੇ ਪ੍ਰਵੇਸ਼ ਕੀਤਾ, ਫਿਰ ਤੇਰੇ ਮਾਸ ਦੇ 'ਚ ਹੀ ਪ੍ਰਾਣ ਚਲੇ, ਫਿਰ ਤੂੰ ਮਾਸ ਦੇ 'ਚੋਂ ਹੀ ਜਨਮ ਲਿਆ, ਫਿਰ ਤੂੰ ਵੱਡਾ ਹੋਇਆ, ਵਿਆਹਿਆ ਗਿਆ, ਘਰ ਦੇ 'ਚ ਇੱਕ ਮਾਸ ਦਾ ਟੁਕੜਾ ਲਿਆ, ਫਿਰ ਮਾਸ ਤੋਂ ਮਾਸ ਦੀ ਉਤਪਤੀ, ਮਾਸ ਤੋਂ ਮਾਸ ਦਾ ਜੋ ਹੈ ਪਸਾਰਾ। ਸਾਹਿਬ ਤੇ ਇੱਥੇ ਤੱਕ ਕਹਿੰਦੇ ਨੇ ਜਹਾਂ ਬਾਹਰ ਨਿਮਿਆ, ਮੰਮਾ ਮਾਸ ਗਰਾਸ। ਮਾਂ ਦਾ ਅਸਥਨ ਇੱਕ ਮਾਸ ਸੀ, तो मांस का जो सत है तत्त है वो दुध है। मांस का ही तत्त है, मांस दे ही निकलता है। जैसे अंगूरां दा रस, जैसे तिलां दा तेल, वैसे मांस का तेल, मांस का निचोड़ दुध। इंज कह लो शुद्ध रूप दे दुध मांस ही है। जैसे शुद्ध रूप दे तेल तिल ही है। जो तेल है वो बदाम है। बदाम रोगन की है, बदाम रोगन बदामां दा शुद्ध रूप
ਛਿਲਕੇ ਇੱਕ ਪਾਸੇ ਹੋ ਗਏ, ਕਚਰਾ ਇੱਕ ਪਾਸੇ ਹੋ ਗਿਆ, ਜੋ ਵਿੱਚ ਇਹ ਤੱਤ ਸੀ ਉਹ ਰੋਗਨ ਦੇ ਰੂਪ ਦੇ ਸਾਹਮਣੇ ਆ ਗਏ। ਇਸੇ ਤਰੀਕੇ ਨਾਲ ਤਿਲ ਦੇ ਜੋ ਛਿਲਕੇ ਸਨ, ਜੋ ਉੱਪਰ ਮੋਟੀ ਧਾਰਾ ਸੀ ਉਹ ਇੱਕ ਪਾਸੇ ਹੋ ਗਈ, ਤੱਤ ਸਾਹ ਆ ਗਿਆ ਤੇਲਾਂ ਦੇ ਰੂਪ ਵਿੱਚ। ਉਹ ਬਹੁ ਮਾਸ ਅਸਥੂ ਵਿੱਚ ਜੋ ਸੂਖਸ਼ਮ ਧਾਰਾ ਹੈ ਉਹ ਹੈ ਲਹੂ, ਉਹ ਹੈ ਦੁੱਧ ਦੀ। ਮਾਸ ਤੇ ਲਹੂ ਤੋਂ ਹੀ ਦੁੱਧ ਬਣਦਾ। ਇਹ ਮਾਸ ਤੇ ਲਹੂ ਦਾ ਤੱਤ ਹੈ, ਨਿਚੋੜ ਹੈ। ਬੱਚਾ ਪੀ ਰਿਹਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੂੰ ਤੇ ਜਨਮ ਤੋਂ ਹੀ ਮਾਸਾਹਾਰੀ ਹੋ ਗਿਆ, ਤੂੰ ਮਾਂ ਦਾ ਅਸਤਨ ਮੂੰਹ ਦੇ ਚ ਪਾ ਲਿਆ। ਫਿਰ ਮਾਸ ਦੁਆਰਾ ਤੇਰੀ ਉਤਪਤੀ, ਮਾਸ ਦੁਆਰਾ ਤੇਰੀ ਪਾਲਣਾ, ਵੱਡਾ ਹੋਇਆ ਵਿਆਹਿਆ ਗੱਲੇ ਆਇਆ ਮਾਸ। ਜਵਾਨ ਹੋ ਗਏ, ਘਰ ਵਿੱਚ ਮਾਰਾ ਟੁਕੜਾ ਲਿਆਇਆ, ਔਰ ਇਹ ਵੀ ਸਾਰੇ ਦਾ ਸਾਰਾ ਸੰਬੰਧ ਮਾਸ ਦਾ ਹੀ ਸੰਬੰਧ, ਮਾਸ ਦਾ ਹੀ ਮਾਸ ਨਾਲ ਸਰਪਰਸ਼, ਮਾਸ ਹੀ ਮਾਸ ਦੀ ਖੁਰਾਕ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਵੀ ਕਹੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਜਿਸ ਚੀਜ਼ ਜੀਵ ਨਹੀਂ ਉਸ ਤੋਂ ਜੀਵਨ ਵੀ ਨਹੀਂ ਮਿਲ ਸਕਦਾ। ਜਿਸ ਵਿੱਚ ਜੀਵ ਨਹੀਂ ਉਹ ਜੀਵਨ ਦੇਣ ਵਿੱਚ ਅਸਮਰਥ। ਇਸ ਵਾਸਤੇ ਜੀਵ ਹਰ ਚੀਜ਼ ਦੇ ਚ ਹੈ। ਔਰ ਕੋਈ ਇਸ ਝਗੜੇ ਨੂੰ ਬਹੁਤ ਵਧਾਏ ਤਾਂ ਮਹਾਰਾਜ ਕਹਿੰਦੇ ਮੈਂ ਤੇ ਕਵਾਂਗਾ ਉਹ ਮੂਰੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸੇ ਪਾਪ ਸਮਾਣੇ। ਸਾਹਿਬ ਕਹਿੰਦੇ ਨੇ ਜੇ ਪੈਨੀ ਦ੍ਰਿਸ਼ਟ ਕੋਲ ਹੈ ਤਾਂ ਫਿਰ ਸਾਗ ਵੀ ਮਾਸ ਹੈ, ਕਿਉਂਕਿ ਬਨਸਪਤੀ ਦੇ ਚ ਜੀਵਨ। ਸਾਡੇ ਦੇਸ਼ ਦੇ ਮਹਾਨ ਦਾਰਸ਼ਨਿਕ ਤੇ ਵਿਗਿਆਨਕ ਸਰ ਜਗਦੀਸ਼ ਚੰਦਰ ਬੋਸ ਨੇ ਸਿੱਧ ਕਰ ਦਿੱਤੀ, ਬਨਸਪਤੀ ਹੱਸਦੀ ਹੈ, ਬਨਸਪਤੀ ਰੋਂਦੀ ਹੈ, ਬਨਸਪਤੀ ਉਖਤ ਹੁੰਦੀ ਹੈ, ਬਨਸਪਤੀ ਆਨੰਦਿਤ ਹੁੰਦੀ ਹੈ, ਬਨਸਪਤੀ ਪ੍ਰੇਮ ਕਬੂਲ ਕਰਦੀ ਹੈ ਔਰ ਨਫ਼ਰਤ ਦਾ ਵੀ ਉਸ ਦੇ ਉੱਤੇ ਪ੍ਰਭਾਵ ਪੈਂਦਾ ਹੈ। ਬਨਸਪਤੀ ਦੇ ਚ ਨਰ ਵੀ ਹੈਗੇ ਨੇ, ਬਨਸਪਤੀ ਦੇ ਚ ਦੀਨ ਵੀ ਹੈਗੇ ਨੇ। ਬੜੇ ਸ਼ੌਕ ਨਾਲ ਲੋਕ ਖਸ ਜੋ ਹੈ ਖਾਈ ਜਾ ਰਹੇ ਨੇ, ਸਾਗ ਖਾਈ ਜਾ ਰਹੇ ਨੇ, ਬਨਸਪਤੀ ਖਾਈ ਜਾ ਰਹੇ ਨੇ ਔਰ ਕਹਿੰਦੇ ਨੇ ਅਸੀਂ ਸ਼ਾਕਾਹਾਰੀ ਹਾਂ। ਸ਼ਾਕਾਹਾਰੀ ਮਾਸਾਹਾਰੀ ਹੈ, ਮਾਸਾਹਾਰੀ ਸ਼ਾਹਾਰੀ ਹੈ, ਯਾਤਰਾ ਹੈ। ਜੋ ਸ਼ਾਕ ਅੱਗੇ ਵਧ ਗਿਆ ਉਹ ਮਾਸ ਹੈ, ਜੋ ਮਾਸ ਪਿੱਛੇ ਰਹਿ ਗਿਆ ਉਹ ਸ਼ਾਕ। ਬਸ ਇਤਨੀ ਗੱਲ। ਜੋ ਬਨਸਪਤੀ ਅੱਗੇ ਚਲੀ ਗਈ ਹੈ ਉਹ ਮਾਸ ਹੈ, ਔਰ ਜੋ ਮਾਸ ਪਿੱਛੇ ਰਹਿ ਗਿਆ ਹੈ ਉਹ ਬਨਸਪਤੀ ਹੈ। ਚੂੰਕਿ ਧਰਮ ਦੀ ਦੁਨੀਆ ਵਿੱਚ ਇਹ ਬਹੁਤ ਵੱਡਾ ਬਖੇੜਾ ਸੀ, ਵਿਆਪਕ, ਔਰ ਕੁਰੂਕਸ਼ੇਤਰ ਦੇ ਲੱਗੇ ਹੋਏ ਸੂਰਯ ਗ੍ਰਹਿਣ ਦੇ ਮੇਲੇ ਵਿੱਚ ਗੁਰੂ ਨਾਨਕ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਔਰ ਕੁਰੂਕਸ਼ੇਤਰ ਵਿੱਚ ਉਚਾਰਨ ਕੀਤਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਚੂੰਕਿ ਇਸ ਸ਼ਲੋਕ ਦਾ ਆਧਾਰ ਤੇ ਇਹ ਵਿਚਾਰ ਚੱਲ ਪਈ ਹੈ ਤਾਂ ਗੁਰੂ ਨਾਨਕ ਦਾ ਇੱਕ ਹੋਰ ਸ਼ਲੋਕ ਉਹਨੂੰ ਅੱਗੇ ਕੀਤੇ ਬਿਨਾ ਸ਼ਾਇਦ ਵਿਚਾਰ ਪੂਰਨ ਤੌਰ ਤੇ ਸਪਸ਼ਟ ਨਾ ਹੋਏ। ਉਸ ਸ਼ਲੋਕ ਦਾ ਆਧਾਰ ਬਣਾ ਕੇ ਕੋਈ ਖੰਡਨ ਕਰਦਾ ਹੈ ਔਰ ਗੁਰੂ ਨਾਨਕ ਦੇ ਮਾਸ ਮਾਸ ਕਰ ਮੂਰਖ ਝਗੜੇ ਸ਼ਲੋਕ ਦਾ ਇਸ ਸ਼ਬਦ ਦਾ ਆਧਾਰ ਬਣਾ ਕੇ ਕੋਈ ਮੰਡਨ ਕਰਦਾ ਹੈ। ਗੁਰਮਤਿ ਦੇ ਚ ਵੀ ਖੰਡਨ ਮੰਡਨ ਵਿਆਪਕ ਹੈ। ਬਾਕੀ ਵੀ ਸਮੁੱਚੀ ਧਾਰਮਿਕ ਦੁਨੀਆ ਵਿੱਚ ਖੰਡਨ ਮੰਡਨ ਵਿਆਪਕ ਹੈ। ਇਸਲਾਮ ਨੇ, ਈਸਾਈਅਤ ਨੇ, ਯਹੂਦੀਆਂ ਨੇ, ਪਾਰਸੀਆਂ ਨੇ ਇਸ ਵਿਸ਼ੇ ਨੂੰ ਛੇੜੇ। ਖੰਡਨ ਮੰਡਨ ਦੋਹਾਂ ਤੋਂ ਇੱਕ ਪਾਸੇ ਹੋ ਗਏ, ਲੇਕਿਨ ਸਾਡੇ ਦੇਸ਼ ਵਿੱਚ ਇਸ ਦਾ ਖੰਡ ਤੇ ਮੰਡਨ ਹੈ। ਮਹਾਤਮਾ ਬੁੱਧ ਨੇ ਆਪਣੇ ਭਿਕਸ਼ੂਆਂ ਨੂੰ ਇਤਨੀ ਇਜਾਜ਼ਤ ਤੇ ਦੇ ਦਿੱਤੀ ਕਿ ਸੁਤੇ ਸਿੱਧ ਅਗਰ ਮਾਸ ਦਾ ਟੁਕੜਾ ਤੁਹਾਡੇ ਖੱਪਰ ਵਿੱਚ ਤੁਹਾਡੇ ਭਿਕਸ਼ਾ ਪਾਤਰ ਵਿੱਚ ਪੈ ਜਾਏ ਤਾਂ ਉਹਨੂੰ ਖਾਣ ਵਿੱਚ ਕੋਈ ਤਜ਼ ਨਹੀਂ। ਮਹਾਤਮਾ ਬੁੱਧ ਇਹੀ ਕਾਰਨ ਹੈ ਕਿ ਥਾਈਲੈਂਡ ਸਿਆਮ ਦੇ ਸਾਰੇ ਬੁੱਧ ਔਰ ਬੋਧੀ ਸਾਧੂ ਭਿਕਸ਼ੂ ਮਾਸਾਹਾਰੀ ਸਵੇਰੇ ਸ਼ਾਮ ਮਾਸ ਖਾਂਦੇ ਨੇ। ਉਹ ਜਦ ਦਰ ਤੇ ਭਿਕਸ਼ਾ ਮੰਗਦੇ ਨੇ, ਕੋਈ ਉਹਨਾਂ ਦੇ ਭਿਕਸ਼ ਪਾਤਰ ਦੇ ਚਾਵਲ ਪਾ ਦਿੰਦਾ ਹੈ, ਪੱਕਾ ਹੋਇਆ ਭੋਜਨ ਲੈਂਦੇ ਨੇ, ਕੋਈ ਹਲ ਪਾ ਦਿੰਦਾ ਹੈ, ਕੋਈ ਮਾਸ ਪਾ ਦਿੰਦਾ ਹੈ ਔਰ ਉਹ ਲੈ ਆਉਂਦੇ ਨੇ। ਔਰ ਇਹਨਾਂ ਨੂੰ ਅਨੰਤ ਵਾਰ ਭੋਜਨ ਕਰਦੇ ਹੋਇਆ ਦੇਖਿਆ ਗਿਆ। ਉਹ ਮਾਸ ਵੀ ਖਾ ਲੈਂਦੇ ਨੇ, ਚਾਵਲ ਵੀ ਖਾ ਲੈਂਦੇ, ਫੁੱਲ ਵੀ ਖਾ ਲੈਂਦੇ ਨੇ, ਫਲ ਵੀ ਖਾ ਲੈਂਦੇ ਨੇ, ਕਿਉਂਕਿ ਇਸ ਤਰ੍ਹਾਂ ਦੀ ਖੁੱਲ ਮਹਾਤਮਾ ਬੁੱਧ ਨੇ ਦੇ ਦਿੱਤੀ ਕਿ ਸੁਤੇ ਸਿੱਧ ਤੁਹਾਡੇ ਪਾਤਰ ਦੇ ਮਾਸ ਪੈ ਗਿਆ
तो इतराज़ नहीं, यतन ना करना, चेष्टा ना करना, सुते सिर पै गया है, कोई हर्ज नहीं। लेकिन इस प्रकरण ਨੂੰ, ਇਸ ਵਿਸ਼ੇ ਨੂੰ ਇਸਲਾਮ ਨੇ ਛੇੜਿਆ ਹੀ ਨਹੀਂ, ਈਸਾਈਅਤ ਨੇ ਛੇੜਿਆ ਹੀ ਨਹੀਂ, ਯਹੂਦੀ ਪਾਰਸੀਆਂ ਨੇ ਛੇੜਿਆ ਹੀ ਨਹੀਂ। ਸਾਡੇ ਦੇਸ਼ ਦੇ ਵਿੱਚ ਇਸ ਦਾ ਖੰਡਨ ਮੰਡਨ ਹੈ ਸਨਾਤਨ ਮਤ ਵਿੱਚ ਔਰ ਗੁਰਮਤ ਵਿੱਚ। ਗੁਰਮਤ ਵਿੱਚ ਜੋ ਮੰਡਨਕਰਤਾ ਨੇ ਉਹ ਇਸ ਸ਼ਬਦ ਨੂੰ ਲੈਂਦੇ ਨੇ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸ में पाप समान है। लेकिन खंडनकर्ता कहते ने रस सुनना सोना असरूपा, कामण रस पर मल की वास, रस से जा रस घोड़ मंदर, रस मीठा रस मास, एते रस शरीर के कह घट नाम निवास। गुरु नानक देव जी महाराज दे इस श्लोक ਨੂੰ हमने ਅੱਗੇ करके कहते ने कि इतने रस अगर शरीर ਦੇ ਚ ਨੇ तो नाम ਦਾ ਵਾਸਾ नहीं हो सकता। सोना रस रूपा कामण रस परमल की वास, रस से जा रस घोड़े मंदर, रस मीठा रस मास, एते रस शरीर के कह घट नाम निवास। टीकाकारा ने व्याख्याकारा ने या खंडन करता लोग सिर्फ इस ਨੂੰ आधार ਮੰਨਦੇ ਨੇ, रस मीठा रस मास, जिन्ने चिर तक मास ਦਾ रस ਜੋਦ ਹੈ ਉਤਨੇ ਚਿਰ ਤੱਕ ਨਾਮ ਦਾ ਵਾਸਾ ਹਿਰਦੇ ਵਿੱਚ ਨਹੀਂ ਹੈਗਾ। ਪਰ ਗੁਰੂ ਨਾਨਕ ਦੇ ਇਸ ਸ਼ਲੋਕ ਨੂੰ ਪੂਰਨ ਰੂਪ ਵਿੱਚ ਲੈਣਾ ਪਏਗਾ। ਰਸ ਸੋਨਾ, ਸੋਨਾ ਵੀ ਇੱਕ ਹੈ, ਕੋਈ ਘਰ ਵਿੱਚ ਨਹੀਂ ਹੋਣਾ ਚਾਹੀਦਾ, ਇਹ ਬਾਹਰ ਸੁੱਟ ਦੇਣਾ ਚਾਹੀਦਾ ਹੈ। ਰਸ ਰੂਪਾ, ਚਾਂਦੀ ਵੀ ਇੱਕ ਰਸ ਹੈ, ਸਵਾਦ ਹੈ, ਔਰ ਇਸ ਦੀ ਬੜੀ ਪ੍ਰਦਰਸ਼ਨੀ 1-1 ਕਿਲੋ ਚਾਂਦੀ ਦੇ ਗਹਿਣੇ ਪਹਿਨਣ ਵਾਲੀਆਂ ਹੁਣ ਵੀ ਤਿਆਤੀ ਬੀਬੀਆਂ ਦੇਖਣ ਨੂੰ ਮਿਲਦੀਆਂ ਨੇ। ਪਰ ਉਸ ਦਾ ਪ੍ਰਗਟਾਵਾ ਬੜਾ ਰਸ, 2-2 ਕਿਲੋ 3-3 ਕਿਲੋ ਦੇ ਕੜੇ ਪੈਰਾਂ ਵਿੱਚ ਹੱਥਾਂ ਵਿੱਚ, ਇਤਨਾ ਬੋਝ ਪਰ ਰਸ ਹੈ, ਸਵਾਦ। ਜਿਸ ਚੀਜ਼ ਦੇ ਸਵਾਦ ਹੋਵੇ ਉਹ ਫਿਰ ਬੋਝ ਨਹੀਂ ਪ੍ਰਤੀਤ ਹੁੰਦੀ, ਜਿਸ ਦੇ ਚ ਰਸ ਹੈ ਉਹ ਭਾਰ ਨਹੀਂ ਪ੍ਰਤੀਤ ਹੁੰਦੀ। ਰਸ ਸੋਨਾ ਰਸ ਰੂਪਾ, ਕਾਮਣ ਰਸ, ਇਸਤਰੀ ਵੀ ਇੱਕ ਰਸ ਹੈ। ਫਿਰ ਕਿਸੇ ਪੁਰਸ਼ ਦੇ ਕੋਲ ਕੋਈ ਇਸਤਰੀ ਨਹੀਂ ਹੋਣੀ ਚਾਹੀਦੀ, ਗ੍ਰਸਤੀ ਜੀਵਨ ਹੋਣਾ ਹੀ ਨਹੀਂ ਚਾਹੀਦਾ, ਇਹਨੂੰ ਵੀ ਬਾਹਰ ਕਰਨਾ ਚਾਹੀਦਾ ਹੈ। ਕਾਮਣ ਰਸ ਪਰਮਲ ਪਾਸ, ਸੁਗੰਧੀ ਵੀ ਇੱਕ ਰਸ ਹੈ, ਬਲਕਿ ਇਹ ਤੇ ਰਸ ਇਤਨਾ ਵਿਆਪਕ ਹੈ ਕਿ ਧਾਰਮਿਕ ਮੰਦਰਾਂ 'ਚ ਵੀ ਇਸ ਦੀ ਲੋੜ ਹੈ। ਧੂਪ ਦੀਪ ਅਗਰਬੱਤੀ ਚੰਦਨ ਸੈਂਟ ਇਤਰ ਇਤਨਾ ਧਾਰਮਿਕ ਸਥਾਨਾਂ ਵਿੱਚ ਵਰਤਿਆ ਜਾਂਦਾ ਹੈ, ਇਤਨਾ ਆਮ ਘਰਾਂ ਵਿੱਚ ਨਹੀਂ ਵਰਤਿਆ ਜਾਂਦਾ। ਕੋਈ ਇਸਲਾਮ ਜਗ੍ਹਾ ਐਸੀ ਨਹੀਂ ਜਿੱਥੇ ਲੁਬਾਨ ਨਾ ਧੁਕਾਇਆ ਜਾਏ, ਜਿੱਥੇ ਸੈਂਟ ਦਾ ਛਿੜਕਾਅ ਨਾ ਹੋਵੇ। ਬੜੇ ਬੜੇ ਇਤਿਹਾਸਕ ਸਥਾਨਾਂ ਵਿੱਚ ਸੈਂਟ ਦਾ ਛਿੜਕ ਹੁੰਦਾ ਹੈ, ਇਤਰ ਦਾ ਛਿੜਕਾਅ ਹੁੰਦਾ ਹੈ, ਔਰ ਤਰ੍ਹਾਂ ਤਰ੍ਹਾਂ ਦੀਆਂ ਹੋਰ ਸੁਗੰਧੀਆਂ ਫੈਲਣ, ਅਗਰਬੱਤੀਆਂ ਜਲਾਈਆਂ ਜਾਂਦੀਆਂ ਨੇ। ਇਹ ਵੀ ਇੱਕ ਰਸ ਹੈ। रस सोना रस रूपा कामण रस परमल की वास, रस से जा रस घोड़े मंदिर, रस मीठा रस मास। सुंदर सेजा ਇਹ ਵੀ ਇੱਕ ਰਸ ਹੈ। ਘੋੜੇ ਸੋਹਣੀਆਂ ਸੋਹਣੀਆਂ ਅਸਵਾਰੀਆਂ ਇਹ ਵੀ ਇੱਕ ਰਸ ਹੈ। ਅਹਿਲਮਾੜੀਆਂ ਇਹ ਵੀ ਇੱਕ ਰਸ ਹੈ, ਔਰ ਮਿੱਠਾ ਵੀ ਇੱਕ ਰਸ। ਕਈਆਂ ਨੂੰ ਇਸ ਢੰਗ ਨਾਲ ਦੇਖਿਆ ਕਿ ਮਿੱਠ ਨਾਲ ਬੜਾ ਲਗਾਓ, ਬੜੀ ਪਕੜ, ਦਿਨ ਦੇ ਵਿੱਚ ਕਈ ਪ੍ਰਕਾਰ ਦਾ ਮਿੱਠਾ ਖਾਣ ਨੂੰ ਮਿਲੇ ਤਾਂ ਹੀ ਉਹਨਾਂ ਨੂੰ ਚੈਨ ਆਉਂਦਾ ਹੈ। ਫਿਰ ਰਸ ਮੀਠਾ ਰਸ ਮਾਸ, ਅਖੀਰ ਦੇ ਸਤਿਗੁਰੂ ਨੇ ਮਾਸ ਵੀ ਇੱਕ ਰਸ ਹੈ। ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ, ਇਤਨੇ ਰਸ ਜਿਸ ਸਰੀਰ ਦੇ ਚ ਨੇ ਉਹ ਨਾਮ ਕਿਵੇਂ ਜਪੇਗਾ, ਉਹ ਨਾਮ ਦਾ ਰਸ ਕਿਵੇਂ ਮਾਣੇਗਾ। ਤੋ ਕਿਆ ਇਹ ਸਾਰੀਆਂ ਚੀਜ਼ਾਂ ਘਰ ਦੇ ਚੋਂ ਕੱਢ ਦਈਏ? ਸੋਨਾ ਚਾਂਦੀ ਇਸਤਰੀ सेजा और असवारियां, क्या मकान सारे तोड़ देइए? क्या कोई भी सुगंधस तो घर दे च ना ले आइए? गुरु नानक दी रमज नूं सुनना पएगा, गुरु नानक दे समझाण दे ढंग नूं समझाएगा। गुरु नानक कहते सोना माड़ा नहीं, सोने च रस माणना माड़ा। सोना एक लोड़ है, एक है, पर सोना एक रस बन गया है। ये ते ताप है, ये ते बुखार, ये ते अवगुण है। चांदी एक और है, वक्त जरूरत दी, ठीक है, घर दे नहीं चाहिए, पर ये रस बन गई है। जिस चीज़ दे च रस होवे मनुख उसका प्रगटावा भी बड़ा करता है, मनुख उसका दिखावा भी बड़ा करता है। तो जिसका सोने दे च बड़ा रस होवेगा वो सोने का दिखावा करेगा, उन भी सोने दे लाएगा, वो हार भी सोने दे पहनेगा,
ਉਹ ਹੱਥਾਂ ਦੇ ਉੱਤੇ ਵੀ ਸੌਂ ਥੱਪੇਗਾ। ਸਭ ਕੁਛ ਆਪਣੀ ਕਾਇਆ ਨੂੰ ਇਸ ਦੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਕੰਚਨ ਹੀ ਕੰਚਨ ਦਿਖਾਈ ਦੇਵੇ। ਇਹ ਉਸ ਰਸ ਹੈ, ਇਹ ਉਸ ਦਾ ਸਵਾਦ ਹੈ। अगर सोना रस बन गया है तो सोना जहर बन गया है। सोना लोड़ है तो सोना अमृत है। चांदी लोड़ है, अमृत है, पर चांदी रस बन गई है तो जहर है। स्त्री एक लोड़ है, ग्रस्त दी लोड़, मर्यादा दी एक लोड़ है। प्रभु ने जो रुचियां मनुख दे अंदर पाईयां ने उन्हां दी एक लोड़ है। स्त्री लई पुरुष, पुरुष लई स्त्री। पर एक रस बन जाए, जैसे कि इतिहास विच पढ़न नूं मिलदा है वे उसदियां 100 पटरानियां, ਉਹਦੀਆਂ 200 ਪਟਰਾਣੀਆਂ, ਇਹ ਰਸ, ਇਹ ਨਰਕ ਬਣ ਗਿਆ। ਇਹ ਨਰਕ ਜ਼ਿੰਦਗੀ ਹੈ। ਲੋੜ ਹੋਣਾ ਹੋਰ ਗੱਲ ਹੈ, ਰਸ ਹੋ ਜਾਣਾ ਹੋਰ ਗੱਲ ਹੈ। ਅਗਰ ਇਸਤਰੀ ਰਸ ਹੈ तो फिर ਇਹ ਜ਼ਹਿਰ। ਮਕਾਨ ਦੀ ਲੋੜ ਹੈ ਪਰ ਮਕਾਨ ਰਸ ਬਣ ਜਾਏ ਤਾਂ ਬੰਦਿਆਂ ਲਈ ਮਕਾਨ ਰਸ ਹੁੰਦਾ ਹੈ। ਉਹ ਮਕਾਨ ਦੇ ਸ਼ਾਇਦ ਰਹਿੰਦੇ ਤੇ ਘੱਟ ਨੇ ਪਰ ਮਕਾਨ ਦਾ ਦਿਖਾਵਾ ਬਹੁਤ ਜ਼ਿਆਦਾ ਕਰਦੇ, ਪ੍ਰਗਟਾਵਾ ਬਹੁਤ ਜ਼ਿਆਦਾ ਕਰਦੇ ਨੇ ਲੋਕੀ ਦੇਖਣ। ਔਰ ਲੋਕਾਂ ਦੇ ਉੱਤੇ ਆਪਣੇ ਮਕਾਨ ਦੇ ਰਾਹੀਂ ਪ੍ਰਭਾਵ ਪਾਣਾ, ਅਹੰਕਾਰ ਦੀ ਤ੍ਰਿਪਤੀ, ਅਹੰਕਾਰ ਦਾ ਰਸ। ਤੋ ਸੇਜਾ ਵੀ ਇੱਕ ਹੈ, ਮਕਾਨ ਵੀ ਇੱਕ ਰਸ ਹੈ। ਉਸੇ ਤਰੀਕੇ ਨਾਲ ਅਸਵਾਰੀ ਰਸ ਬਣ ਜਾਏ, ਮਿੱਠਾ ਰਸ ਬਣ ਜਾਏ ਤੇ ਜ਼ਹਿਰ ਹੈ। ਮਕਾਨ ਜ਼ਹਿਰ ਹੈ ਅਗਰ ਉਹ ਰਸ ਬਣ ਗਿਆ, ਮਕਾਨ ਅੰਮ੍ਰਿਤ ਹੈ ਅਗਰ ਉਹ ਲੋੜ ਹੈ। सेजा असवार अगर लोड़ ने तो अमृत है, पर रस है तो जहर है। हू बहु इसी तरीके नाल मिठा अरोड़ है, वाकई लोड़ है। शरीर विच मिठे की मिकदार की घटना शरीर रोगी हो सकता है, तवाजन कायम रहना चाहिए। पर जे वध जाए तो मधुमेह, शुगर इत्यादि की बीमारी भी हो सकती। था एक लोड़ है, ये रस बन जाए तो जहर है। मांस एक लोड़ हो सकती है, अगर ये रस बन गया तो जहर है। किसी लिए स्त्री जहर है, किसी लिए अमृत। किसी लिए असवारी जहर है, किसी लिए अमृत है। किसी लिए सोना चांदी जहर है, किसी लिए अमृत है। किसी लिए मांस जहर है, किसी लिए अमृत है। किसी लिए मिठा जहर है, किसी लिए अमृत है। इस वास्ते साहिब कहते ने मांस मांस कर मुख झगड़े, ज्ञान ध्यान नहीं जाने। कौन मांस कौन साग खावे, किसमें पाप समाने। ते कह दिता जाए हत्या हो गई तो हत्या ते श्वास लेंदियां भी हो गई। पवन दे च भी कीट ने, पानी पींदियां भी हत्या हो गई, अनाज खांदियां भी हत्या हो गई। क्योंकि जेते दाने अन्न के जियां बा न कोय, पहला पानी जीव है जितया सब कोय। प्रबल जीवन पानी दे च, क्योंकि ये जगत दा पहला जीवन है। जीव पहला पैदा ही पानी दे च होया है। एक गिलास पानी पी गया, हजारां कीड़े अंदर चले गए। एक पाइया दुध पी गया, करोड़ां कीटाणु अंदर चले। 200 ग्राम दही खा गया, कोटान कीट अंदर चले गए। इतने बोलद्या विरया चलद्या खांद्या पींद्या हिंसा ही हिंसा चल रही है, हत्या ही हत्या चल रही है। इस तो किमें बची है? इसका मतलब है सूक्ष्म हत्या कबूल है, अस्थूल हत्या कबूल नहीं। इंज फैसला किया जाए, इंज जो है वंड की जाए। गुरु नानक देव महाराज ने इन्हां श्लोकां दे विच जिस ढंग नाल खोलिया है, इसनूं समझना पेगा, इस सिद्धांतिक नुकते नूं समझना पेगा। फिर मनुख नूं इह बहस मुबासा करन दी लोड़ नहीं पैगी। साहिब कहन जीवन ते व्यापक है और जीव तो बिना कोई चीज नहीं। पर किधरे जीव बिल्कुल सुता पिया है, जागया पिया है। जैसे डॉक्टर ने किसी का ऑपरेशन करना है तो मनु सलाह देंदा है, बेहोश कर देंदा है। फिर चीड़ा फाड़ी चढ़ती है, उसनूं कोई तकलीफ, बड़े बड़े नस्तर चलते हैं, कोई तकलीफ नहीं। तो पत्थर दे अंदर जीव तो है, सुता पिया है, असी तोड़ते हैं, कोई तकलीफ नहीं। जिथे जीव सुते पे ने उन्हां दी हिंसा भी हिंसा नहीं है, जीवन का लोड़ है, जीवन की आवश्यकता है। चाहे वह बती है तो चाहे कुछ होर जीव ने। साहिब श्री गुरु नानक देव जी महाराज सूक्ष्म ढंग नाल यही कहना चाहते हैं, जे आखो मां तो घिरना है तो महाराज कहते ने मांस द्वारा तेरी उत्पत्ति, गर्भ दे तू मांस के अंदर सी, मांस तो फिर तू निमया ते निमदिया सार जहां बाहर निमया मम मांस गरास अस्तन ही मां दा तेरे मूँह विच पिया, जो वास्तविक एक मांस का टुकड़ा ही सी। और इस तरीके नाल जन हो तू मांसाहारी बन गया।
ਇੱਥੇ ਤਰਕ ਖੜੀ ਹੋਵੇਗੀ। ਦੁੱਧ ਕਿਸ ਤਰ੍ਹਾਂ ਮਾਸ? ਤਾਂ ਦੁੱਧ ਮਾਸ ਸੱਤ ਹੈ। ਜੈਸੇ ਬਦਾਮ ਰੋਗਨ ਨੂੰ ਅਸੀਂ ਬਦਾਮ ਕਹਿ ਸਕਦੇ ਹਾਂ, ਤੇਲ ਨੂੰ ਅਸੀਂ ਤਿਲ ਵੀ ਕਹਿ ਸਕਦੇ ਹਾਂ ਕਿਉਂਕਿ ਤਿਲਾਂ ਦਾ ਨਿਚੋੜ ਹੈ। ਦੁੱਧ ਨੂੰ ਅਸੀਂ ਮਾਸ ਵੀ ਕਹਿ ਸਕਦੇ ਹਾਂ ਕਿਉਂਕਿ ਮਾਸ ਦਾ ਨਿਚੋੜ ਹੈ। ਮਾਸ ਦਾ ਜੋ ਹੈ ਤੱਤ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਤਰੀਕੇ ਨਾਲ ਜੰਮਦਿਆਂ ਹੀ ਮੰਮਾ ਮਾਸ ਗਿਰਾਸ, ਫਿਰ ਤੂੰ ਇੱਥੇ ਹੀ ਨਹੀਂ ਟਿਕਿਆ, ਵੱਡਾ ਹੋਇਆ ਵਿਆਹਿਆ ਕਰ ਲਿਆ ਮਾਸ। ਫਿਰ ਮਾਸੋ ਹੀ ਮਾਸ ਉਪਜੇ, ਮਾਸੋ ਸਭੇ ਸਾਕ, ਮਾਸ ਮਾਸ ਕਰ ਮੂਰਖ ਰੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਕ ਕਹਾਵੇ, ਕਿਸਮੇ ਪਾਪ ਸਮਾਣੇ। ਇਸ ਬਹਿਸ ਨੂੰ ਜੋ ਝਗੜੇ ਤੱਕ ਲੈ ਗਿਆ ਹੈ, ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੱਲ ਸਪਸ਼ਟ ਹੋ ਗਈ, ਮੂਰਖ और ये ज्ञानी नहीं है, ये ध्यानी नहीं है। इस विचार तकरार तक ले गया है, मूढ़ है, महामूढ़ है। जिसनों ये समझ आ गई है कि जीव समग्र है, किधरे सुता है, किधरे थोड़ा जागे है, किधरे बहुत जागे है, तो जी पूर्ण तौर पर जागे है उसनों असी कहने हैं संत। इस वास्ते क्या संत दी हत्या महापाप, क्योंकि तो पूर्ण जागे है। एक संत जगत दे दुख नो जिस ढंग महसूस करता है और कोई नहीं महसूस कर सकता। एक संत इस तरह परम आनंद ਨੂੰ महसूस करता है, इस तरह होर कोई महसूस नहीं कर सकता। उसकी हत्या वास्तविक जगत हत्या, उसते जब महान पाप है, लेकिन जीवन जिथे सुता ही पे है उसके उत्ते जबर जबर नहीं होगा क्योंकि महसूस ही नहीं हो रहा, अनुभव ही नहीं हो रहा। साहिब श्री गुरु नानक देव जी महाराज ने इन्हां श्लोकां दे जो इशारतन रमज दे च गल आखी है, ਉਹੀ ਸਮਝ ਸਕਣਗੇ ਜੋ ਵਿਚਾਰ ਨੂੰ ਤਕਰਾਰ ਤੱਕ ਨਾ ਲੈ ਜਾਣ। ਵਿਚਾਰ ਨੂੰ ਵਿਚਾਰ ਤੱਕ ਹੀ ਰਹਿਣ ਦੇਣ, ਅਰ ਤੱਕ ਹੀ ਰਹਿਣ ਦੇਣ, ਅਰ ਤੱਕ ਹੀ ਰਹਿਣ ਦੇਣ, ਅਰ ਤੱਕ ਹੀ ਰਹਿਣ ਦੇਣ।